TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਰਲ ਮਿਲ ਕੇ ਕੁਝ ਘਟਨਾਵਾਂ ਕੁਝ ਖਬਰਾਂ ਦੇ ਉੱਤੇ ਚਰਚਾ ਕਰ ਲਈਏ, ਪਰ ਉਹ ਹੋਣਗੀਆਂ ਕਿਹੜੀਆਂ ਆਓ ਸੰਖੇਪ ਦੇ ਵਿੱਚ ਤੁਹਾਨੂੰ ਦੱਸਾਂ। ਪੈਰਾ ਓਲੰਪਿਕ ਵਿੱਚ ਭਾਵਨਾ ਨੇ ਭਾਰਤ ਲਈ ਮੈਡਲ ਕੀਤਾ ਪੱਕਾ। ਅਮਰੀਕਾ ਨੇ ਲਿਆ ਕਾਬਲ ਹਵਾਈ ਅੱਡੇ ਦੇ ਬੰਬ ਧਮਾਕਿਆਂ ਦਾ ਬਦਲਾ। ਖੇਤੀ ਕਾਨੂੰਨਾਂ ਖਿਲਾਫ ਤਾਮਿਲਨਾਡੂ ਵਿਧਾਨ ਸਭਾ ਵਿੱਚ ਮਤਾ ਪਾਸ। ਕਾਂਗਰਸੀ ਆਗੂ ਮਜੀਠੀਆ ਤੇ ਹੋਇਆ ਜਾਨਲੇਵਾ ਹਮਲਾ। ਕਾਰ ਤੇ ਚੱਲੀਆਂ ਤਾਬੜ ਤੋੜ ਗੋਲੀਆਂ ਅਤੇ ਕਈ ਹੋਰ ਜਾਣਕਾਰੀਆਂ। ਦੋਸਤੋ ਅੱਜ ਦੇ ਪ੍ਰੋਗਰਾਮ ਦੌਰਾਨ ਇਹਨਾਂ ਖਬਰਾਂ ਨੂੰ ਆਧਾਰ ਬਣਾ ਕੇ ਇਹਨਾਂ ਤੇ ਚਰਚਾ ਕੀਤੀ ਜਾਏਗੀ। ਇਸ ਤੋਂ ਪਹਿਲਾਂ ਕਿ ਇੱਧਰ ਨੂੰ ਵਧਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਖਬਰਾਂ ਦੀ ਸਾਰ ਲਈਏ, ਘਟਨਾਵਾਂ ਤੇ ਚਰਚਾ ਕਰੀਏ। ਪੈਰਾ ਓਲੰਪਿਕਸ ਚੱਲ ਰਹੀਆਂ ਨੇ। ਭਾਰਤ ਦੀ ਭਾਵਨਾ ਪਟੇਲ ਲਗਾਤਾਰ ਲੱਗ ਰਿਹਾ ਕਿ ਇਤਿਹਾਸ ਸਿਰਜਦੀ ਅੱਗੇ ਨੂੰ ਵਧ ਰਹੀ ਹੈ। ਪੈਰਾ ਓਲੰਪਿਕਸ ਦੇ ਵਿੱਚ ਟੇਬਲ ਟੈਨਿਸ ਮੁਕਾਬਲੇ ਦੇ ਫਾਈਨਲ ਦੇ ਵਿੱਚ ਪਹੁੰਚਣ ਵਾਲੀ ਉਹ ਪਹਿਲੀ ਭਾਰਤੀ ਬਣ ਚੁੱਕੀ ਹੈ ਜਿਨ੍ਹਾਂ ਨੇ ਚੀਨ ਦੀ ਮਿਆਓ ਝਾਂਗ ਨੂੰ ਕਲਾਸ 4 ਵਰਗ ਦੇ ਸਖਤ ਮੁਕਾਬਲੇ ਦੇ ਵਿੱਚ 3-2 ਦੇ ਨਾਲ ਹਰਾ ਦਿੱਤਾ ਹੈ। ਪਟੇਲ ਨੇ ਦਰਅਸਲ ਦੁਨੀਆ ਦੀ ਤੀਸਰੇ ਨੰਬਰ ਦੀ ਖਿਡਾਰਨ ਨੂੰ 7-11, 11-7, 11-4, 9-11, 11-8 ਨਾਲ ਹਰਾ ਕੇ ਸਭਨਾਂ ਨੂੰ ਹੈਰਾਨ ਕਰ ਦਿੱਤਾ ਹੈ। ਤੇ ਹੁਣ ਉਹਨਾਂ ਦਾ ਸਾਹਮਣਾ ਦੁਨੀਆ ਦੀ ਨੰਬਰ 1 ਖਿਡਾਰਨ ਉਹ ਵੀ ਚੀਨ ਦੇ ਨੇ, ਉਹਨਾਂ ਦੇ ਨਾਲ ਹੋਣਾ ਹੈ। ਤੇ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਵਿੱਚ ਇੱਕ ਛੋਟੀ ਜਿਹੀ ਪਰਚੂਨ ਦੀ ਦੁਕਾਨ ਚਲਾਉਣ ਵਾਲੇ ਹੰਸਮੁਖ ਭਾਈ ਪਟੇਲ ਦੀ ਧੀ ਹੈ ਭਾਵਨਾ। ਭਾਵਨਾ ਨੂੰ ਹੁਣ ਮੈਡਲ ਦੀ ਪੱਕੀ ਦਾਅਵੇਦਾਰ ਸਮਝਿਆ ਜਾ ਸਕਦਾ ਹੈ, ਪਰ ਉਹਨਾਂ ਨੇ ਆਪਣੇ ਪ੍ਰਦਰਸ਼ਨ ਦੇ ਨਾਲ ਇਤਿਹਾਸ ਜ਼ਰੂਰ ਰਚਿਆ ਹੈ। ਵੀਲ ਚੇਅਰ ਤੇ ਖੇਡਣ ਵਾਲੀ ਭਾਵਨਾ ਨੇ ਪਹਿਲੀ ਗੇਮ ਭਾਵੇਂ ਹਾਰ ਲਈ ਸੀ, ਗਵਾ ਦਿੱਤੀ ਸੀ, ਪਰ ਬਾਅਦ ਵਿੱਚ ਦੋਵੇਂ ਗੇਮਾਂ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ। ਤੀਸਰੀ ਗੇਮ ਜਿੱਤਣ ਵਿੱਚ ਉਹਨਾਂ ਨੂੰ 4 ਮਿੰਟ ਹੀ ਲੱਗੇ। ਚੌਥੀ ਗੇਮ ਦੇ ਵਿੱਚ ਚੀਨੀ ਖਿਡਾਰ ਨੇ ਮੁੜ ਵਾਪਸੀ ਕੀਤੀ, ਪਰ ਪੰਜਵੀਂ ਗੇਮ ਫੈਸਲਾ ਕੁਨ ਰਹੀ। ਪੰਜਵੀਂ ਦੇ ਵਿੱਚ ਭਾਵਨਾ ਨੇ ਰੋਮਾਂਚਕ ਜਿੱਤ ਦਰਜ ਕਰਕੇ ਫਾਈਨਲ ਦੇ ਵਿੱਚ ਦਾਖਲਾ ਕਰ ਲਿਆ ਹੈ। ਸੋਨੇ ਤੇ ਚਾਂਦੀ ਦੇ ਮੈਡਲ ਦੇ ਉੱਤੇ ਪੱਕਾ ਕਬਜ਼ਾ ਉਹ ਕਰੀ ਬੈਠੀ ਹੈ। ਦੋਵਾਂ ਦੇ ਵਿੱਚੋਂ ਇੱਕ ਮੈਡਲ ਭਾਵਨਾ ਦਾ ਪੱਕਾ। ਹੁਣ ਦੁਨੀਆ ਦੀ ਸਾਬਕਾ ਨੰਬਰ 1 ਖਿਡਾਰਨ ਝਾਂਗ ਖਿਲਾਫ ਭਾਵਨਾ ਦੀ ਇਹ ਪਹਿਲੀ ਜਿੱਤ ਸੀ। ਦੱਸਣਾ ਬਣਦਾ ਕਿ ਇਸ ਤੋਂ ਪਹਿਲਾਂ ਦੋਵੇਂ ਹੀ 11 ਵਾਰ ਇੱਕ ਦੂਸਰੀ ਨਾਲ ਖੇਡ ਚੁੱਕੀਆਂ ਸੀ। ਭਾਵਨਾ ਨੂੰ ਪਹਿਲੇ ਮੈਚ ਜਿਹੜਾ ਹੋਇਆ ਗਰੁੱਪ ਮੈਚ ਦੇ ਵਿੱਚ ਝੋਗ ਨੇ ਆਸਾਨੀ ਨਾਲ ਹਰਾਇਆ। ਉਹਨਾਂ ਦੇ ਖਿਲਾਫ ਫਾਈਨਲ ਜਿੱਤਣਾ ਹੁਣ ਸੁਖਾਲਾ ਤਾਂ ਨਹੀਂ ਹੈ, ਪਰ ਹੌਸਲੇ ਬੁਲੰਦ ਨੇ। ਭਾਵਨਾ ਨੇ ਕੁਆਟਰ ਫਾਈਨਲ ਦੇ ਵਿੱਚ 2016 ਦੀ ਰੀਓ ਪੈਰਾ ਓਲੰਪਿਕ ਦੀ 골ਡ ਮੈਡਲ ਜੇਤੂ ਤੇ ਦੁਨੀਆ ਦੀ ਦੂਸਰੇ ਨੰਬਰ ਦੀ ਖਿਡਾਰਨ ਬੋਰਿਸਲਾਵਾ ਪੇਰਿਚ ਰਾਂਕੋਵਿਚ ਨੂੰ ਹਰਾਇਆ। ਕਲਾਸ 4 ਵਰਗ ਦੇ ਖਿਡਾਰੀਆਂ ਦਾ ਬੈਠਣ ਦਾ ਸੰਤੁਲਨ ਸਹੀ ਰਹਿੰਦਾ ਹੈ ਤੇ ਹੱਥ ਪੂਰੀ ਤਰ੍ਹਾਂ ਕੰਮ ਕਰਦੇ ਹੈ। ਉਹਨਾਂ ਦੇ ਸਰੀਰ ਦੇ ਵਿੱਚ ਵਿਗਾੜ ਰੀੜ੍ਹ ਦੀ ਹੱਡੀ ਵਿੱਚ ਕਿਸੇ ਸੱਟ ਦੇ ਕਾਰਨ ਹੁੰਦਾ ਹੈ। ਭਾਵਨਾ ਦੀ ਜਿਹੜਾ ਵਿਆਹ ਹੈ ਉਹ ਨਿਕੁੰਜ ਪਟੇਲ ਨਾਲ ਹੋਇਆ ਜੋ ਗੁਜਰਾਤ ਲਈ ਜੂਨੀਅਰ ਕ੍ਰਿਕਟ ਖੇਡ ਚੁੱਕੇ ਨੇ। ਹੁਣ ਤੁਸੀਂ ਦੇਖੋ ਕਿ ਇਹ ਭਾਰਤ ਦੀ ਇੱਕ ਧੀ ਜਿਹੜੀ ਇੱਕ ਮੈਡਲ ਪੈਰਾ ਓਲੰਪਿਕਸ ਦੇ ਵਿੱਚੋਂ ਭਾਵੇਂ ਕੱਲ੍ਹ ਲੈ ਆਵੇ ਤੇ ਭਾਵੇਂ ਪਰਸੋਂ ਲੈ ਆਵੇ, ਲੈ ਕੇ ਭਾਵ ਜ਼ਰੂਰ ਆਏਗੀ। ਆਓ ਅਗਲੀ ਜਿਹੜੀ ਖਬਰ ਹੈ ਖੇਡਾਂ ਦੀ ਦੁਨੀਆ ਤੋਂ ਹੁਣ ਆਪਾਂ ਦੁਨੀਆ ਭਰ ਦੀਆਂ ਹੋਰ ਉਡਾਰੀਆਂ ਲਾ ਕੇ ਵੇਖੀਏ। ਅਫਗਾਨਿਸਤਾਨ ਦੇ ਵਿੱਚ ਤੁਹਾਨੂੰ ਪਤਾ ਹੈ ਹਾਲਾਤ ਕੋਈ ਬਹੁਤੇ ਚੰਗੇ ਨਹੀਂ। ਬੀਤੇ ਦਿਨੀ ਬੰਬ ਧਮਾਕੇ ਹੋਏ ਸੀ ਕਾਬਲ ਹਵਾਈ ਅੱਡੇ ਤੇ। ਇੱਕ ਤੋਂ ਬਾਅਦ ਇੱਕ ਲੜੀਵਾਰ ਬੰਬ ਧਮਾਕਿਆਂ ਨੇ ਸੈਂਕੜੇ ਲੋਕਾਂ ਦੀਆਂ ਜਾਨਾਂ ਲਈਆਂ ਸੀ ਤੇ ਬਹੁਤ ਸਾਰੇ ਲੋਕ ਜ਼ਖਮੀ ਨੇ। ਤੇ ਅਮਰੀਕਾ ਨੇ ਉਸੇ ਦਿਨ ਆਖਿਆ ਸੀ ਕਿ ਖਮਿਆਜ਼ਾ ਤਾਂ ਇਹਦਾ ਭੁਗਤਣਾ ਪਊ ਜਿਨ੍ਹਾਂ ਨੇ ਕੰਮ ਕੀਤਾ। ਕਾਬਲ ਏਅਰਪੋਰਟ ਹਮਲੇ ਦਾ ਬਦਲਾ ਲੈਣਾ ਦਰਅਸਲ ਅਮਰੀਕਾ ਨੇ ਸ਼ੁਰੂ ਕਰ ਦਿੱਤਾ ਹੈ। ਜਿਹੜੀ ਜਾਣਕਾਰੀ ਮਿਲ ਰਹੀ ਹੈ, ਅਮਰੀਕੀ ਫੌਜ ਨੇ ਇਸਲਾਮਿਕ ਸਟੇਟ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅਫਗਾਨਿਸਤਾਨ ਦੇ ਵਿੱਚ ਏਅਰ ਸਟ੍ਰਾਈਕ ਕਰ ਦਿੱਤੀ ਹੈ। ਡਰੋਨ ਨਾਲ ਅਸਲ ਦੇ ਵਿੱਚ ਅਮਰੀਕਾ ਨੇ ਬੰਬਬਾਰੀ ਕੀਤੀ ਅਤੇ ਕਈਆਂ ਦੇ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਵੀ ਹੈ। ਹਾਲਾਂਕਿ ਅਮਰੀਕੀ ਫੌਜ ਦੇ ਵੱਲੋਂ ਇਸ ਮਸਲੇ ਦੇ ਉੱਤੇ ਉਚੇਚੇ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਅਧਿਕਾਰ ਤੇ ਸਥਿਤੀ ਹੋਰ ਵੇਰਵਿਆਂ ਸਹਿਤ ਜਾਣਕਾਰੀ ਵੀ ਦਿੱਤੀ ਜਾ ਸਕਦੀ ਹੈ। ਦੱਸਣਾ ਬਣਦਾ ਕਿ ਵੀਰਵਾਰ ਦੀ ਰਾਤ ਕਾਬਲ ਏਅਰਪੋਰਟ ਦੇ ਬਾਹਰ ਆਤਮਘਾਤੀ ਹਮਲੇ ਹੋਏ ਸੀ, ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਗਈ ਸੀ। ਉਹਨਾਂ ਵਿੱਚ 13 ਅਮਰੀਕੀ ਫੌਜੀ ਜਵਾਨ ਵੀ ਸਨ। ਇਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਸੀ
कि इस हमले के जिम्मेवार लोगों का पता लाया जाऊ तो उन्होंने लोगों को इस हमले की कीमत चुकानी पऊ। हमले की जिम्मेवारी इस्लामिक स्टेट के खुरासन ग्रुप ने ली सी, जिसनों फिलहाल सब तो ज़्यादा खूंखार मन्निया जाता है। अमरीकी फौज के हवाले तो जी जानकारी मिल रही है, रिपोर्ट्स मिल रही ने, उन्होंने दावा किया गया कि इस हमले के विच काबल हमले का मास्टरमाइंड मार दिता गया, उसका सफाया कर दिता गया तो हमला नंगरहाल सूबे दे विच कीता गया। ये इलाका इस वक्त इस्लामिक स्टेट का गढ़ मन्निया जाता है। इत्थे ही अमरीका ने 2017 दे विच मदर ऑफ ऑल बंब का परीक्षण किया सी। उदों आइसिस के वड्डे कमांडर हाफिज सईद खान नूं मारन का दावा किया गया सी। इसी दौरान एक होर घटनाक्रम के तहत अमरीकी फौज ने काबल एयरपोर्ट के बाहर 71 लोगों को जगह खाली करने भी आख्या है। अमरीका को खदशा है कि उत्थे हाले होर भी हमले आने वाले दिनों में हो सकते हैं। अमरीकी फौज की ताज़ा कार्रवाई तो बाद हो सकता है कि अतवादी हमलों के वास्ते कुछ होर बंब धमाके ਜਾਂ इस तरह के आत्मघाती धमाके कर सकते हैं। पर मुढ़लियां खबरों के अनुसार अमरीका ने काबल हवाई अड्डे ते होए बंब धमाकों का बदला ले रहे हैं। अगली खबर तुहाडे नाल किसानी संघर्ष के नाल जुड़ी खबर साझी करते हैं। असल दे विच तुहानूं याद होना है कि 9 महीने बीत चुके ने। आने वाली 5 सितंबर नूं महारैली की जानी है, महापंचायत कह लीए, कुछ भी आख्या जा सकता है, होनी है यूपी के मुजफ्फरनगर दे विच। पर उहदे तो पहलां आ जिहड़ी हरियाणा दे विच कार्रवाई की है, पुलिस ने कुट कटापा किया, लाठी चार्ज किया, लोगों के सिर पाड़िया, लत्तां तोड़ियां ने, बाहां तोड़ दित्तियां ते छलनी छलनी कर दिते है। तो उस मसले के उत्ते इस वक्त सियासी पारा गरमा गया है। हरियाणा के मुख्य मंत्री मनोहर लाल खट्टर के विधान सभा हल्के विच पैंदा बस्ताड़ा टोल प्लाजा, उस टोल प्लाजा के नेड़े लाठी चार्ज होया है। अज प्रोग्राम पंजाब बोलदा दे विच उचेचे तौर पर इस मसले के उत्ते चर्चा की गई सी। शायद तुहानूं याद होवे कि संयुक्त किसान मोर्चा का सद्दा है हरियाणा दे विच भी ते होरनां सूबियां दे विच भी, जिथे जिथे भाजपा जां उसदियां सहयोगी पार्टियां ने कोई विरोध किया जाए। हुण हरियाणा विच भाजपा की सूबा पद्धरी मीटिंग सी, उहदा विरोध करने वास्ते किसान इकट्ठे हो रहे सी। उस वक्त लाठी चार्ज किया गया जदों किसान करनाल वल भाजपा के इस समागम वालों वध रहे सन। ट्रैफिक दे विच विघन पै रहा सी। केंद्रीय खेती कानूनों का लगातार विरोध हो रहा है तो इस ही विरोध के विचों आ लाठी चार्ज निकले है। किसानों को हिरासत में भी लिया गया। बाद दे जदों हरियाणा मुकम्मल जाम कर दिता गया कि जिन्नी देर तक छड्डदे नहीं उन्नी देर तक हरियाणा जाम रहू, फिर उन्हों की रिहाई भी हो गई। लाठी चार्ज दौरान ही हरियाणा पुलिस ने किसानों को खेतों में धक्कण की कोशिश की, कुटिया भी है, कई किसान फट्टड़ भी होया। लाठी चार्ज तो नाराज हुए किसानों ने फिर हरियाणा के सारे कौमी मार्ग टोल प्लाजे जाम करके रख दिते। इसी कारण जींद पटियाला, अंबाला कुरुक्षेत्र ते करनाल के नेड़े दिल्ली मार्ग, हिसार चंडीगढ़, कालका जीरकपुर, फतेहाबाद चंडीगढ़, गुहाना पानीपत, मैं कहना गल कि जिहड़ी भी सड़क जिथों भी सी मुख्य मार्ग सारे के सारे जाम मिले। कई घंटिया तक लोग इन्हां जामां दे विच फसे भी रहे। दसना बनता कि भाजपा ने करनाल दे विच एक सूबा पद्धरी मीटिंग रखी हुई सी। उस मीटिंग दे विच हरियाणा के मुख्य मंत्री मनोहर लाल खट्टर, उन्हां दे प्रधान ओपी धनखड़ समेत सारे विधायकों ने, हलका इंचार्जां ने पहुंचना सी। किसान जथेबंदियां दे वल्लों इस मीटिंग के विरोध का ऐलान पहलां ही किया होया सी। भाजपा की यह मीटिंग सवेरे तकरीबन 11 बजे शुरू हुई और बाद दोपहर 3 बजे खत्म हुई। इसी दौरान वड्डी गिणती दे विच किसान पहुंचने शुरू हुए और पुलिस मुलाजम भी वड्डी गिणती विच तैनात किए हुए सी। हर आउण जाण वाले रस्ते ते बैरीकेडिंग की हुई सी। वड्डे वड्डे ट्रक ला के रस्ते सील किए हुए सी। करनाल दे गुरुद्वारा साहब नूं जाण वाली हर सड़क, हर राह बैरीकेड ला के डकिया हुआ सी, बल्लियां लाइयां हुई सी, बंद किए हुए राह सन। इसके बावजूद भी जिहड़े किसान सन करनाल तो लगभग 12 किलोमीटर दूर बस्ताड़ा टोल प्लाजा ते इकट्ठे होकर शांतिपूर्वक तरीके नाल शांत प्रदर्शन कर रहे सी, रोस प्रदर्शन कर रहे सी। पुलिस बस इस गल तो खफा हो गई कि जदों इन्हों रोकया गया, रोकां लाइया गई ने, बैरीकेडिंग की हुई, इत्थे तक भी किवें आ गए। खेतों के विच फिर ढा के भजा भजा के कुटिया, लाठी चार्ज किया। जिस तरह मैं पहलां दस रहा सी, कई किसान फट्टड़ होया, लत्तां बाहां उन्हां दीयां टुट्टियां ने,
ਕਈਆਂ ਦੇ ਸਿਰ ਜ਼ਖਮੀ ਹੋਏ ਨੇ, ਖੂਨੋਂ ਖੂਨ ਕਰ ਦਿੱਤੇ ਗਏ। ਜ਼ਖਮੀ ਕਿਸਾਨਾਂ ਦਾ ਸਰਕਾਰੀ ਹਸਪਤਾਲਾਂ ਦੇ ਵਿੱਚ ਇਸ ਵਕਤ ਇਲਾਜ ਵੀ ਚੱਲ ਰਿਹਾ ਹੈ। ਹੁਣ ਇਹ ਸਭ ਕੁਝ ਹੋ ਗਿਆ, ਇਹਦੇ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਕਿਸਾਨ ਆਗੂਆਂ ਨੇ ਵੀ ਬਿਆਨ ਦਿੱਤੇ ਨੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਆਖਿਆ ਕਿ ਇਸ ਮਾਮਲੇ ਦੀ ਜਾਂਚ ਕਰਾਂਗੇ, ਜਾਂਚ ਕੀਤੀ ਜਾਏਗੀ। ਆਖਰਕਾਰ ਇਸ ਜਿਹੜੀ ਘਟਨਾ ਵਾਪਰੀ ਹੈ ਇਹਦੇ ਵਿੱਚ ਕਿਹਦੀ ਬੇਰਹਿਮੀ ਸੀ? ਉਹ ਕਹਿੰਦੇ ਕਿ ਜੇਕਰ ਪੁਲਿਸ ਨੇ ਬੇਰਹਿਮੀ ਕੀਤੀ ਤਾਂ ਪੁਲਿਸ ਨੂੰ ਸਜ਼ਾ ਦੇਵਾਂਗੇ, ਜੇ ਕਿਸਾਨਾਂ ਦੀ ਬੇਰਹਿਮੀ ਹੋਏਗੀ ਤਾਂ ਕਿਸਾਨਾਂ ਨੂੰ ਸਜ਼ਾ ਦਿੱਤੀ ਜਾਏਗੀ। ਹੁਣ ਹੈਰਾਨੀ ਦੀ ਹੱਦ ਤਾਂ ਇਹ ਹੈ ਕਿ ਡਾਂਗਾ ਤਾਂ ਵਰਾਉਂਦੇ ਕਿੰਨੇ ਵੀਡੀਓ ਵਾਇਰਲ ਹੋ ਗਏ, ਹਜੇ ਕਹਿੰਦੇ ਹੋ ਕਿ ਜੇ ਪੁਲਿਸ ਦੀ ਜ਼ਿਆਦਤੀ ਹੋਈ। ਤੇ ਦੂਸਰੇ ਪਾਸੇ ਇੱਕ ਐਸਡੀਐਮ ਕਿਸਾਨਾਂ ਤੇ ਲਾਠੀਆਂ ਵਰਾਉਣ ਦਾ ਆਦੇਸ਼ ਦਿੰਦਾ ਸਾਫ਼ ਸੁਣਿਆ ਜਾ ਸਕਦਾ ਹੈ। ਇਸ ਮਸਲੇ ਤੇ ਖੱਟੜ ਨੇ ਕਿਹਾ ਕਿ ਜਾਣਕਾਰੀ ਮਿਲੇਗੀ, ਜਾਂਚ ਕਰਵਾਵਾਂਗੇ। ਦੂਸਰੇ ਪਾਸੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਉਹ ਕਹਿੰਦੇ ਕਿਸਾਨਾਂ ਤੇ ਲਾਠੀ ਚਾਰਜ ਨੂੰ ਲੈ ਕੇ ਅਤ ਗੰਭੀਰ ਸਿਚੁਏਸ਼ਨ ਬਣੀ ਹੋਈ ਆ। ਉਹ ਕਹਿੰਦੇ ਹਰਿਆਣਾ ਸਰਕਾਰ ਅਸੀਂ ਕਟਹਿਰੇ 'ਚ ਖੜੀ ਕਰ ਰਹੇ ਹਾਂ। ਉਹਨਾਂ ਕਿਹਾ ਕਿ ਹੁਣ ਹਰਿਆਣਾ ਸਰਕਾਰ ਨੇ ਆਪਣੇ ਕਫਨ ਦੇ ਵਿੱਚ ਕਿੱਲ ਗੱਡ ਲਿਆ। ਪ੍ਰਿਯੰਕਾ ਨੇ ਆਖਿਆ ਕਿ ਕਿਸਾਨ ਮਿਹਨਤ ਕਰਕੇ ਖੇਤਾਂ 'ਚ ਫਸਲਾਂ ਉਗਾਉਂਦਾ, ਫਸਲਾਂ ਲਹਿਰਾਉਂਦਾ, ਪਰ ਫਸਲਾਂ ਦੇਣ ਵਾਲਾ, ਅਨਾਜ ਦੇਣ ਵਾਲਾ ਕਿਸਾਨ ਭਾਜਪਾ ਸਰਕਾਰ ਤੋਂ ਆਪਣਾ ਹੱਕ ਮੰਗਣ ਆਇਆ ਤੇ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਡੰਡੇ ਦਿੱਤੇ ਨੇ, ਲਾਠੀਆਂ ਦਿੱਤੀਆਂ ਨੇ, ਲਹੂ ਲਹਾਨ ਕੀਤਾ ਹੈ। ਕਿਸਾਨ ਆਗੂ ਰਾਕੇਸ਼ ਟਕੈਤ ਨੇ ਇਸ ਲਾਠੀ ਚਾਰਜ ਤੇ ਨਾਰਾਜ਼ਗੀ ਪ੍ਰਗਟਾਈ ਹੈ, ਟਵੀਟ ਕੀਤਾ, ਅੰਦੋਲਨਕਾਰੀ ਕਿਸਾਨਾਂ ਤੇ ਲਾਠੀ ਚਾਰਜ ਅਤਮਦਭਾਗਾ ਹੈ। ਅਸਲ ਵਿੱਚ ਉਹ ਕਹਿੰਦੇ ਸਰਕਾਰ 5 ਸਤੰਬਰ ਨੂੰ ਮੁਜ਼ੱਫਰਨਗਰ ਵਿੱਚ ਹੋਣ ਵਾਲੀ ਮਹਾਪੰਚਾਇਤ ਤੋਂ ਧਿਆਨ ਹਟਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਦੇਸ਼ ਭਰ ਦੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਿਸਾਨਾਂ ਤੇ ਹੋਏ ਇਸ ਲਾਠੀ ਚਾਰਜ ਲਈ ਹਰਿਆਣਾ ਸਰਕਾਰ ਦੀ ਸਖਤ ਨਿੰਦਿਆ ਕੀਤੀ ਗਈ ਹੈ। ਕੈਪਟਨ ਨੇ ਖੱਟੜ ਸਰਕਾਰ ਦੇ ਖੇਤੀ ਕਾਨੂੰਨ ਵਿਰੁੱਧ ਕਿਸਾਨਾਂ ਦੇ ਇਸ ਸੰਘਰਸ਼ ਨੂੰ ਖਤਮ ਕਰਨ ਲਈ ਇੱਕ ਵਾਰ ਫੇਰ ਜਾਣਬੁੱਝ ਕੇ ਕੀਤੀ ਗਈ ਅੰਨ੍ਹੇਵਾਹ ਤਾਕਤ ਦੀ ਨਿੰਦਿਆ ਕੀਤੀ ਹੈ। ਉਹਨਾਂ ਕਿਹਾ ਕਿ ਖੱਟੜ ਮੁਆਫੀ ਮੰਗਣ, ਜ਼ਖਮੀ ਹੋਏ ਕਿਸਾਨਾਂ ਦੀ ਸਹਾਇਤਾ ਕਰਨ। ਉਹਨਾਂ ਇਹ ਵੀ ਆਖਿਆ ਕਿ ਇਸ ਲਾਠੀ ਚਾਰਜ ਦੇ ਕਾਰਨ ਭਾਜਪਾ ਨੂੰ ਆਉਣ ਵਾਲੀਆਂ ਜਿੰਨੇ ਵੀ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਗੰਭੀਰ ਨਤੀਜੇ ਸਿੱਟੇ ਭੁਗਤਣੇ ਪੈਣਗੇ। ਕੈਪਟਨ ਨੇ ਕਿਸਾਨਾਂ ਦੀ ਕੁੱਟਮਾਰ ਕਰਨ ਦਾ ਨਿਰਦੇਸ਼ ਦੇਣ ਵਾਲੇ ਐਸਡੀਐਮ ਨੂੰ ਬਰਖਾਸਤ ਕਰਨ ਦੀ ਮੰਗ ਵੀ ਕੀਤੀ ਹੈ। ਰਾਹੁਲ ਗਾਂਧੀ ਨੇ ਵੀ ਟਵੀਟ ਕੀਤਾ। ਉਹਨਾਂ ਆਖਿਆ ਕਿ ਇੱਕ ਵਾਰ ਕਿਸਾਨਾਂ ਦਾ ਫੇਰ ਖੂਨ ਰੁਲਿਆ ਤੇ ਭਾਰਤ ਦਾ ਸਿਰ ਸ਼ਰਮ ਨਾਲ ਝੁਕਿਆ। ਉਹਨਾਂ ਟਵੀਟ ਨਾਲ ਇੱਕ ਜ਼ਖਮੀ ਹੋਏ ਕਿਸਾਨ ਦੀ ਫੋਟੋ ਸ਼ੇਅਰ ਕਰਕੇ #ਐਂਟੀ-ਫਾਰਮਰ ਭਾਜਪਾ ਲਿਖਿਆ। ਇਸੇ ਤਰ੍ਹਾਂ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ, ਉਹਨਾਂ ਨੇ ਇਸ ਘਟਨਾ ਨੂੰ ਲੈ ਕੇ ਟਵੀਟ ਕੀਤਾ। ਉਹਨਾਂ ਨੇ ਵੀ ਮੋਦੀ ਸਰਕਾਰ ਤੇ ਖੱਟੜ ਸਰਕਾਰ ਤੇ ਨਿਸ਼ਾਨਾ ਵਿੰਨ੍ਹਿਆ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਅੱਜ ਮੋਦੀ ਜੀ ਨੇ ਪੰਜਾਬ ਦੇ ਵਿੱਚ ਜੱਲਿਆਂਵਾਲੇ ਬਾਗ ਦੇ ਲਾਈਟ ਐਂਡ ਸਾਊਂਡ ਸ਼ੋਅ ਦਾ ਉਦਘਾਟਨ ਕੀਤਾ ਤੇ ਉਹਨਾਂ ਦਾ ਚੇਲਾ ਖੱਟੜ ਉਹ ਕਰਨਾਲ ਦੇ ਵਿੱਚ ਅੰਨਦਾਤਾਵਾਂ ਤੇ ਲਾਠੀ ਚਾਰਜ ਕਰਵਾ ਕੇ ਜਨਰਲ ਡਾਇਰ ਵਰਗੇ ਅਤਿਆਚਾਰ ਦਾ ਲਾਈਵ ਪ੍ਰਸਾਰਣ ਕਰਵਾ ਰਿਹਾ ਸੀ। ਹੁਣ ਸੱਚਮੁੱਚ ਇਹਦੇ ਨਤੀਜੇ ਤਾਂ ਗੰਭੀਰ ਭੁਗਤਣੇ ਪੈਣਗੇ। ਸ਼ਾਇਦ ਇਹ ਤਾਕਤ, ਇਹ ਪਾਰਾ ਵੇਖ ਰਹੇ ਨੇ ਕਿ ਕਿਸਾਨ ਓਨੇ ਕੁ ਤੱਤੇ ਹੈਗੇ ਆ ਜਿੰਨੇ 25 ਨਵੰਬਰ 2020 ਵਾਲੇ ਦਿਨ ਸੀ, ਜਿੰਨੇ 26 ਜਨਵਰੀ 2021 ਵਾਲੇ ਦਿਨ ਸੀ। ਲੱਗ ਗਿਆ ਹੋਣਾ ਪਤਾ ਕਿ ਕਿਸਾਨ ਮਰਨ ਮਰਾਉਣ ਤੇ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਨਸਲ ਤੇ ਫਸਲ ਦੀ ਲੜਾਈ ਹੈ, ਹੋਂਦ ਦੀ ਲੜਾਈ ਹੈ। ਅਗਲੀ ਜਿਹੜੀ ਖਬਰ ਹੈ ਇਹ ਵੀ ਖੇਤੀ ਕਾਨੂੰਨਾਂ ਦੇ ਨਾਲ ਸੰਬੰਧਿਤ ਖਬਰ ਹੈ। ਤਾਮਿਲਨਾਡੂ ਵਿਧਾਨ ਸਭਾ ਦੇ ਵਿੱਚ ਕੇਂਦਰ ਦੇ ਜਿਹੜੇ ਤਿੰਨੇ ਖੇਤੀ ਕਾਨੂੰਨ ਬਣਾਏ ਗਏ ਨੇ, ਇਹਨਾਂ ਕਾਨੂੰਨਾਂ ਦੇ ਖਿਲਾਫ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰ ਦਿੱਤਾ ਗਿਆ ਹੈ। ਮੁੱਖ ਵਿਰੋਧੀ ਧਿਰ ਅੰਨਾ ਡੀਐਮਕੇ ਅਤੇ ਉਸਦੇ ਭਾਈਵਾਲ ਭਾਜਪਾ ਦੇ ਵਿਧਾਇਕ ਸੀ ਜਿਹੜੇ, ਉਹਨਾਂ ਨੇ ਸਦਨ ਦੇ ਵਿੱਚੋਂ ਵਾਕਆਊਟ ਕਰ ਦਿੱਤਾ। ਤਾਮਿਲਨਾਡੂ ਦੇ ਵਿੱਚ ਸੱਤਾਧਾਰੀ ਧਿਰ ਹੈ ਡੀਐਮਕੇ, ਕਾਂਗਰਸ ਸਮੇਤ ਜਿਹੜੇ ਹੋਰ ਭਾਈਵਾਲ ਨੇ ਜਿਨ੍ਹਾਂ ਦੇ ਵਿੱਚ ਸੀਪੀਆਈ ਵੀ ਹੈ, ਸੀਪੀਐਮ ਵੀ ਹੈ, ਉਹਨਾਂ ਨੇ ਇਸ ਮਤੇ ਦੀ ਹਮਾਇਤ ਕੀਤੀ ਹੈ। ਦੱਸਣਾ ਬਣਦਾ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ, ਪੱਛਮੀ ਬੰਗਾਲ 'ਚ, ਰਾਜਸਥਾਨ, ਛੱਤੀਸਗੜ੍ਹ 'ਚ, ਦਿੱਲੀ 'ਚ, ਕੇਰਲਾ 'ਚ, ਇਹਨਾਂ ਸਾਰੀਆਂ ਵਿਧਾਨ ਸਭਾਵਾਂ ਦੇ ਵਿੱਚ ਤੇ ਕਈਆਂ ਹੋਰਨਾਂ ਦੇ ਵਿੱਚ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਮਤੇ ਪਾਸ ਹੋ ਚੁੱਕੇ ਨੇ। ਤਾਮਿਲਨਾਡੂ ਦੇ ਮੁੱਖ ਮੰਤਰੀ ਨੇ MK ਸਟਾਲਿਨ, ਉਹਨਾਂ ਨੇ ਸਦਨ ਨੂੰ ਦੱਸਿਆ ਕਿ ਤਾਮਿਲਨਾਡੂ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਜਿਹੜੇ ਸ਼ਾਂਤਮਈ ਪ੍ਰਦਰਸ਼ਨ ਹੋ ਰਹੇ ਨੇ, ਸ਼ਾਂਤਮਈ ਪ੍ਰਦਰਸ਼ਨਾਂ ਦੇ ਦੌਰਾਨ ਕਿਸਾਨਾਂ ਤੇ ਸਿਆਸੀ ਆਗੂਆਂ ਦੇ ਖਿਲਾਫ ਕੁਝ ਪਰਚੇ ਦਰਜ ਕੀਤੇ ਗਏ, ਕੇਸ ਦਰਜ ਕੀਤੇ ਗਏ, ਉਹਨਾਂ ਨੂੰ ਵਾਪਸ ਲਿਆ ਜਾਊ। ਉਹਨਾਂ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਸੰਘੀ ਢਾਂਚੇ ਦੇ ਖਿਲਾਫ ਨੇ
ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਖੇਤੀ ਦੀਆਂ ਜਿਹੜੀਆਂ ਮੁੱਛੀਆਂ ਜਾਣ ਵਾਲੀਆਂ ਨੇ ਨਾ ਪਾਵਰਾਂ ਕਿਸਾਨਾਂ ਦੇ ਕੋਲੋਂ ਖੋਹੀਆਂ ਜਾ ਰਹੀਆਂ ਨੇ ਤੇ ਵੱਡਿਆਂ ਘਰਾਣਿਆਂ ਨੂੰ, ਕਾਰਪੋਰੇਟ ਘਰਾਣਿਆਂ ਨੂੰ, ਕੰਪਨੀਆਂ ਨੂੰ ਕੰਟਰੋਲ ਵਿੱਚ ਦਿੱਤੀਆਂ ਜਾ ਰਹੀਆਂ ਨੇ, ਇਹਦੇ ਤੇ ਰੋਕਿਆ ਜਾਵੇ, ਇਹ ਤੇ ਬ੍ਰੇਕਾਂ ਲਾਈਆਂ ਜਾਣ, ਇਹ ਤਿੰਨੇ ਖੇਤੀ ਕਾਨੂੰਨ ਨੂੰ ਵਾਪਸ ਲਿਆ ਜਾਵੇ। ਉਹਨਾਂ ਨੇ ਇੱਥੋਂ ਤੱਕ ਆਖਿਆ ਕਿ ਕਿਸਾਨਾਂ ਦੀ ਭਲਾਈ ਦੇ ਵਾਸਤੇ ਕਾਨੂੰਨ ਬਣਨੇ ਚਾਹੀਦੇ ਆ। ਜਿਹੜੇ ਕਹਿੰਦੇ ਆ ਤਿੰਨੇ ਖੇਤੀ ਕਾਨੂੰਨ ਬਣੇ ਆ, ਇਹਦੇ 'ਚ MSP ਭਾਵ ਘੱਟੋ ਘੱਟ ਸਮਰਥਨ ਮੁੱਲ ਦਾ ਜ਼ਿਕਰ ਤੱਕ ਨਹੀਂ। ਉਹਨਾਂ ਕਿਹਾ ਕਿ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਿਸੇ ਵੀ ਸੂਬਾ ਸਰਕਾਰ ਦੇ ਨਾਲ ਇਸ ਬਾਬਤ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ, ਜਦੋਂ ਕਿ ਕਾਨੂੰਨ ਸੂਬਾ ਸਰਕਾਰਾਂ ਬਣਾ ਸਕਦੀਆਂ ਸੀ। ਹੁਣ ਇੱਕ ਸੂਬਾ ਹੋਰ ਉਸ ਲੜੀ ਵਿੱਚ ਆ ਗਿਆ ਜਿਨ੍ਹਾਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਮਤੇ ਪਾਸ ਕੀਤੇ ਗਏ ਹੈ। ਅਗਲੀ ਖਬਰ ਪੰਜਾਬ ਦੇ ਵਿੱਚੋਂ ਹੈ। ਪੰਜਾਬ ਦੀ ਸਿਆਸਤ ਦੇ ਨਾਲ ਸੰਬੰਧਿਤ ਹੈ ਤੇ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਦੇ ਨਾਲ ਸੰਬੰਧਿਤ ਖਬਰ ਹੈ। ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸ ਦੇ ਇੰਚਾਰਜ ਨੇ ਜੱਗਾ ਮਜੀਠੀਆ। ਜੱਗਾ ਮਜੀਠੀਆ ਦੇ ਪੁੱਤਰ ਨੇ ਆਕਾਸ਼ ਮਜੀਠੀਆ। ਆਕਾਸ਼ ਮਜੀਠੀਆ ਜੋ ਕਿ ਪੰਜਾਬ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਵੀ ਹੈ, ਉਹਨਾਂ ਦੀ ਗੱਡੀ ਤੇ ਹਮਲਾ ਹੋਇਆ, ਗੋਲੀਆਂ ਚੱਲੀਆਂ ਨੇ। ਇਸ ਮੌਕੇ ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋ ਸਕਿਆ। CCTV ਕੈਮਰਿਆਂ ਦੇ ਵਿੱਚ ਹਮਲਾਵਰ ਭੱਜਦੇ ਨਜ਼ਰ ਆ ਰਹੇ ਨੇ। ਹਾਲਾਂਕਿ ਗੋਲੀ ਚਲਾਉਂਦੇ ਸਮੇਂ ਹਮਲਾਵਰ ਕੈਮਰੇ ਦੇ ਵਿੱਚ ਕੈਦ ਨਹੀਂ ਹੋ ਸਕੇ, ਪਰ ਗੋਲੀ ਚੱਲਣ ਦੀ ਆਵਾਜ਼ CCTV ਕੈਮਰੇ ਦੇ ਲੱਗੇ ਸਾਊਂਡ ਰਿਕਾਰਡਰ ਦੇ ਵਿੱਚ ਰਿਕਾਰਡ ਹੋ ਗਈ ਹੈ। ਇਸੇ ਦੌਰਾਨ ਜਦੋਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਆਹ ਗੋਲੀ ਚੱਲੀ ਹੈ, ਤਾਂ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਆਕਾਸ਼ ਮਜੀਠੀਆ ਨੇ ਦੱਸਿਆ, ਅਸਲ ਦੇ ਵਿੱਚ ਉਹ ਕਹਿੰਦੇ ਮੈਂ ਆਪਣੇ ਪਿਤਾ ਜੱਗਾ ਮਜੀਠੀਆ ਦੀ ਗੱਡੀ ਲੈ ਕੇ ਆਪਣੇ ਦੋਸਤਾਂ ਨੂੰ ਕਿਤੇ ਛੱਡਣ ਜਾ ਰਿਹਾ ਸੀ ਕਿ ਅਚਨਚੇਤ ਗੱਡੀ ਤੇ ਗੋਲੀਆਂ ਵਰ ਗਈਆਂ। ਹਾਲਾਂਕਿ ਇਹ ਹਮਲਾ ਆਕਾਸ਼ ਮਜੀਠੀਆ ਤੇ ਹੋਇਆ ਜਾਂ ਕਿਉਂਕਿ ਉਹਨਾਂ ਦੇ ਪਿਤਾ ਦੀ ਗੱਡੀ ਸੀ, ਕਿ ਕਿਤੇ ਹਮਲਾਵਰਾਂ ਨੇ ਜੱਗਾ ਮਜੀਠੀਆ ਸਮਝ ਕੇ ਤਾਂ ਨਹੀਂ ਗੋਲੀਆਂ ਚਲਾਈਆਂ। ਇਹ ਗੱਲ ਹਾਲੇ ਸਾਫ਼ ਨਹੀਂ ਹੋ ਸਕੀ ਕਿ ਪੁੱਤ ਤੇ ਗੋਲੀਆਂ ਚੱਲੀਆਂ ਜਾਂ ਪਿਓ ਤੇ ਗੋਲੀਆਂ ਚੱਲੀਆਂ, ਪਰ ਹੋ ਸਕਦਾ ਗੱਡੀ ਦੇਖ ਕੇ ਚਲਾਈਆਂ ਹੋਣ ਜਾਂ ਫਿਰ ਹੋ ਸਕਦਾ ਹਮਲਾਵਰਾਂ ਨੇ ਆਕਾਸ਼ ਨੂੰ ਵੇਖ ਕੇ ਚਲਾਈਆਂ ਹੋਣ। ਇਹ ਗੱਲ ਹਾਲੇ ਸਪਸ਼ਟ ਨਹੀਂ ਹੈ, ਕਿਉਂਕਿ ਆਕਾਸ਼ ਮਜੀਠੀਆ ਉਸ ਵਕਤ ਆਪਣੇ ਪਿਤਾ ਦੀ ਗੱਡੀ ਲੈ ਕੇ ਘਰੋਂ ਨਿਕਲੇ ਸੀ ਆਪਣੇ ਦੋਸਤਾਂ ਦੇ ਨਾਲ। ਦੂਸਰੇ ਪਾਸੇ ਜੱਗਾ ਮਜੀਠੀਆ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਨੇੜਲੇ ਪਿੰਡਾਂ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਨਾਲ ਮੀਟਿੰਗ ਕਰਨ ਵਾਸਤੇ ਪਹੁੰਚੇ ਹੋਏ ਸੀ। ਉਸ ਵਕਤ ਉਹਨਾਂ ਨੂੰ ਫੋਨ ਤੇ ਜਾਣਕਾਰੀ ਮਿਲਦੀ ਹੈ ਕਿ ਉਹਨਾਂ ਦੇ ਪੁੱਤਰ ਤੇ ਗੋਲੀ ਚੱਲ ਗਈ, ਹਮਲਾ ਹੋ ਗਿਆ, ਜਿਸ ਤੋਂ ਬਾਅਦ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਦੇ ਆ। ਮੌਕੇ ਤੇ ਪੁਲਿਸ ਪਹੁੰਚਦੀ ਵੀ ਹੈ, ਉਹ ਬਿਆਨ ਵੀ ਲੈਂਦੀ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੱਗਾ ਮਜੀਠੀਆ ਨੇ ਇਹ ਵੀ ਦੱਸਿਆ ਕਿ ਉਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਾਲ ਨਾ ਡਰੇ ਆ ਨਾ ਡਰਨ ਵਾਲੇ ਆ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਬਿਕਰਮ ਮਜੀਠੀਆ ਦੇ ਸਾਹਮਣੇ ਜ਼ਰੂਰ ਲੜਨਗੇ। ਹੁਣ ਇਹਦੇ ਬਾਬਤ ਜਦੋਂ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ, ਪੁਲਿਸ ਕਹਿੰਦੇ ਕਿ ਸੂਚਨਾ ਸਾਨੂੰ ਮਿਲ ਗਈ ਸੀ ਕਿ ਕਾਂਗਰਸੀ ਲੀਡਰ ਜੱਗਾ ਮਜੀਠੀਆ ਦੇ ਪੁੱਤਰ ਆਕਾਸ਼ ਮਜੀਠੀਆ ਦੇ ਉੱਤੇ ਕਿਸੇ ਨੇ ਜਾਨਲੇਵਾ ਹਮਲਾ ਕੀਤਾ ਹੈ, ਤਾਬੜਤੋੜ ਗੋਲੀਆਂ ਚਲਾਈਆਂ ਨੇ। ਅਸੀਂ ਬਿਆਨ ਕਲਮਬੱਧ ਕਰ ਲਏ ਨੇ, ਜੱਗਾ ਮਜੀਠੀਆ ਦੇ ਵੀ ਤੇ ਆਕਾਸ਼ ਮਜੀਠੀਆ ਦੇ ਵੀ ਕਾਰਵਾਈ ਕਰ ਰਹੇ ਹਾਂ। CCTV ਕੈਮਰੇ ਦੀ ਫੁਟੇਜ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਿਹੜਾ ਵੀ ਕੋਈ ਦੋਸ਼ੀ ਹੋਇਆ ਬਖਸ਼ਿਆ ਨਹੀਂ ਜਾਏਗਾ। ਪਰ ਹੁਣ ਇਹ ਆਪਣੇ ਆਪ ਦੇ ਵਿੱਚ ਹੈਰਾਨੀ ਹੈ। ਹੁਣ ਇਹ ਹਾਲ ਦੀ ਘੜੀ ਇਹ ਨਹੀਂ ਕਿਹਾ ਜਾ ਸਕਦਾ ਕਿ ਭਾਈ ਅਕਾਲੀਆਂ ਨੇ ਚਲਵਾ ਦਿੱਤੀ ਜਾਂ ਕਿਸੇ ਗੁੰਡੇ ਦਾ ਕੰਮ ਹੈ, ਕਿਸੇ ਗੈਂਗਸਟਰ ਦਾ ਕੰਮ ਹੈ, ਕਿਉਂਕਿ ਹਾਲੇ ਬਹੁਤ ਅਰਲੀ ਸਟੇਜ ਦੇ ਵਿੱਚ ਇਹਦੀ ਜਾਂਚ ਹੋ, ਪਤਾ ਲੱਗੂ ਕਿ ਸੱਚਮੁੱਚ ਵਿਰੋਧੀਆਂ ਦਾ ਕੰਮ ਹੈ, ਕਿਸੇ ਵਿਰੋਧੀ ਪਾਰਟੀ ਦਾ ਕੰਮ ਹੈ ਜਾਂ ਇਹਦੇ ਪਿੱਛੇ ਕੋਈ ਕਾਰਨ ਹੋਰ ਰਹੇ ਹੈ। ਅਗਲੀ ਖਬਰ ਪੰਜਾਬ ਦੇ ਇੱਕ MLA ਨਾਲ ਸੰਬੰਧਿਤ ਹੈ। ਪਿੰਡ ਸ਼ਹਿਰ ਹੁਣ ਹਰ ਇੱਕ ਪਾਰਟੀ ਦੇ ਲੀਡਰ ਦਾ, ਵਿਧਾਇਕ ਦਾ, ਸੰਸਦ ਦਾ ਵਿਰੋਧ ਹੋ ਰਿਹਾ ਹੈ। ਪਰ ਆਹ ਕਹਿੰਦਾ ਇੱਕ ਸੁਣਿਆ ਲੀਡਰ ਕਿ ਨਹੀਂ ਕੰਮ ਕਰਵਾਉਣੇ ਨਾ ਕਰਵਾਓ, ਅੱਜ ਤੋਂ ਬਾਅਦ ਮੈਂ ਤੁਹਾਡੇ ਪਿੰਡ ਹੀ ਨਹੀਂ ਆਉਂਦਾ, ਕਰਵਾ ਲਿਓ ਕੰਮ ਜਿਹਦੇ ਤੋਂ ਕਰਵਾਉਣੇ ਹੈ। ਇਹ ਗੱਲਾਂ ਆਖੀਆਂ ਨੇ ਹਲਕਾ ਘਨੌਰ ਦੇ MLA ਮਦਨ ਲਾਲ ਜਲਾਲਪੁਰ ਨੇ। ਅਸਲ ਦੇ ਵਿੱਚ ਉਹ ਪਿੰਡ ਦੇ ਦੌਰੇ ਤੇ ਗਿਆ, ਉੱਥੇ ਕੁਝ ਲੋਕਾਂ ਨੇ ਉਹਦਾ ਕੀਤਾ ਵਿਰੋਧ। ਚੋਣਾਂ ਨੇੜੇ ਨੇ, ਸਿਆਸੀ ਨੁਮਾਇੰਦਿਆਂ ਨੂੰ ਲਗਾਤਾਰ ਘੇਰਨਾ ਸ਼ੁਰੂ ਕੀਤਾ ਹੋਇਆ। ਆ ਸ਼ਨੀਚਰਵਾਰ ਵਾਲੇ ਦਿਨ ਜਦੋਂ ਹਲਕਾ ਘਨੌਰ ਦੇ ਵਿਧਾਇਕ ਜਲਾਲਪੁਰ ਪਿੰਡ ਵਿੱਚ ਕਿਸੇ ਦੇ ਵਿੱਚ ਗਏ, ਲੋਕ ਰੋਹ ਦਾ, ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੀ ਫਿਰ MLA ਦੇ ਨਾਲ, ਵਿਧਾਇਕ ਦੇ ਨਾਲ ਬਹਿਸ ਹੋ ਗਈ ਤੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ। ਇਹ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਆਪਣੇ ਹਲਕੇ ਦੇ ਦਰਅਸਲ ਪਿੰਡਾਂ ਦਾ ਦੌਰਾ ਕਰਨ ਵਾਸਤੇ ਨਿਕਲੇ ਸੀ, ਕਿਉਂਕਿ ਹੁਣ ਤਾਂ ਨਿਕਲਣਗੇ, ਬੀਤੇ 4.5 ਸਾਲਾਂ 'ਚ ਭਾਵੇਂ ਗਏ
ਭਾਵੇਂ ਨਾ ਗਏ। ਪਿੰਡ ਪੈਂਦਾ ਭੇੜਵਾਲ। ਭੇੜਵਾਲ ਦੇ ਵਿੱਚ ਗਏ ਸੀ, ਜਿੱਥੇ ਕੁਝ ਲੋਕਾਂ ਨੇ ਵਿਧਾਇਕ ਦੀ ਗੱਡੀ ਜਦੋਂ ਰੁਕੀ ਉੱਤਰੇ ਉਲਾਂਭੇ ਦੇਣੇ ਸ਼ੁਰੂ ਕਰ ਦਿੱਤੇ। ਯਾਰ ਦੇਣੇ ਵੀ ਬਣਦੇ ਆ ਕਿ ਭਾਈ ਤੁਸੀਂ ਸਾਡੀ ਆਵਾਜ਼ ਹੋ, ਅਸੀਂ ਤੁਹਾਨੂੰ ਵੋਟਾਂ ਪਾਈਆਂ, ਚੁਣ ਕੇ ਭੇਜਿਆ, ਤੇ ਤੁਸੀਂ ਦੱਸੋ ਕੰਮ ਕੀ ਕੀਤਾ। ਉਹ ਕਹਿੰਦੇ ਪਿੰਡ ਦੇ ਸਕੂਲ ਵਿੱਚ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ, ਖੇਡਾਂ ਵਾਸਤੇ ਸਟੇਡੀਅਮ ਕੋਈ ਨਹੀਂ, ਕਿੰਨੀਆਂ ਸਮੱਸਿਆਵਾਂ ਨੇ। ਵਿਧਾਇਕ ਸਾਹਿਬ ਅੱਗੋਂ ਕਹਿਣ ਲੱਗੇ ਦੇਖੋ ਜੀ ਕੋਵਿਡ ਆ ਗਿਆ, ਅਸੀਂ ਵਿਕਾਸ ਕਾਰਜ ਕਰਨੇ ਸੀ, ਉਹਨਾਂ 'ਚ ਵਿਘਨ ਪੈ ਗਿਆ, ਖੇਤੀ ਕਾਨੂੰਨਾਂ ਤੇ ਕਿਸਾਨਾਂ ਦਾ ਸਾਥ ਅਸੀਂ ਦਿੱਤਾ ਹੈ, ਪਰ ਇਸ ਗੱਲ ਤੇ ਜਿਹੜੇ ਲੋਕ ਸਨ ਉਹ ਕਹਿੰਦੇ ਇਹ ਦੱਸੋ ਇਹਦੇ ਤੋਂ ਬਿਨਾਂ ਤੁਸੀਂ ਕੀ ਕੀਤਾ ਹੈ। ਉਧਰੋਂ ਵਿਧਾਇਕ ਆਪਣੀ ਗੱਲ ਸੁਣਾ ਰਿਹਾ ਸੀ ਤੇ ਪਿੰਡ ਦੇ ਲੋਕ ਉਹਨਾਂ ਨੂੰ ਸਵਾਲ ਕਰ ਰਹੇ ਸੀ। ਬਹਿਸ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਪਤਾ ਲੱਗਿਆ ਕਿ ਐਮਐਲਏ ਸਾਹਿਬ ਦਾ ਪਾਰਾ ਚੜ ਗਿਆ। ਉਹ ਕਹਿੰਦੇ ਪਿੰਡ ਆਉਂਦਾ ਹੀ ਨਹੀਂ ਮੈਂ ਅੱਗੇ ਤੋਂ, ਇਹ ਕਹਿ ਕੇ ਤੁਰ ਪਿਆ। ਜਦੋਂ ਬਾਅਦ ਦੇ ਵਿੱਚ ਪੱਤਰਕਾਰਾਂ ਨੇ ਫੋਨ ਤੇ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਵੀ ਗੱਲ ਇਹ ਹੈ ਕਿ ਮੈਂ ਤਾਂ ਗਿਆ ਸੀ ਪਿੰਡ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ, ਵਿਕਾਸ ਕਾਰਜਾਂ ਦੀ ਲੈ ਕੇ ਗੱਲਬਾਤ ਕਰਨ, ਪਰ ਉਹ ਸੁਣਦੇ ਹੀ ਕੁਛ ਨਹੀਂ ਸੀ। ਵਿਧਾਇਕ ਵੱਲੋਂ ਕਹਿੰਦੇ ਸਹੀ ਤੱਥ ਦੱਸੇ ਜਾ ਰਹੇ ਸੀ, ਪਿੰਡ ਦੇ ਲੋਕ ਗਲਤ ਬੋਲ ਰਹੇ ਸੀ। ਹੁਣ ਕਹਿੰਦੇ ਅਸਲ ਦੇ ਵਿੱਚ ਤਾਂ ਮੀਟਿੰਗ ਸਿਖਾਵੇਂ ਮਾਹੌਲ 'ਚ ਹੋਈ ਆ, ਉਹ ਤਾਂ ਇਹ ਕਹਿੰਦੇ ਨੇ, ਪਰ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦੇ ਵਿੱਚ ਵੀ ਜਲਾਲਪੁਰ ਬੋਲਦੇ ਸੁਣੇ ਜਾ ਰਹੇ ਨੇ ਕਿ ਜੇ ਤੁਸੀਂ ਕੰਮ ਕਰਾਉਣੇ ਨਹੀਂ, ਚਲੋ ਮੈਂ ਤੁਹਾਡੇ ਪਿੰਡ 'ਚ ਹੀ ਨਹੀਂ ਆਉਂਦਾ। ਭਾਵੇਂ ਉਹ ਜਲਾਲਪੁਰ ਸਾਹਿਬ ਨੇ, ਭਾਵੇਂ ਕੱਲ੍ਹ ਸਦੀਕ ਸਾਹਿਬ ਦਾ ਵਿਰੋਧ ਹੋਇਆ, ਭਾਵੇਂ ਰੋਜ਼ ਕਿਤੇ ਨਾ ਕਿਤੇ ਸੁਖਬੀਰ ਬਾਦਲ ਦਾ ਵਿਰੋਧ ਹੁੰਦਾ ਹੈ, ਭਾਵੇਂ ਚੰਦੂ ਮਾਜਰੇ ਦਾ ਵਿਰੋਧ ਹੁੰਦਾ ਹੈ, ਭਾਵੇਂ ਆਮ ਆਦਮੀ ਪਾਰਟੀ ਦੇ ਕਿਸੇ ਵਿਧਾਇਕ ਦਾ ਵਿਰੋਧ ਹੁੰਦਾ ਹੈ, ਜਾਂ ਕਿਸੇ ਭਾਜਪਾ ਦੇ ਲੀਡਰ ਦਾ ਵਿਰੋਧ ਹੁੰਦਾ ਹੈ। ਇਹ ਸੋਚ ਕੇ ਦੇਖੋ ਕਿ ਆਹ ਖੇਤੀ ਕਾਨੂੰਨ ਬਣਨ ਤੋਂ ਪਹਿਲਾਂ ਵੀ ਕਦੇ ਵਿਰੋਧ ਹੁੰਦਾ ਸੀ? ਨਹੀਂ ਸੀ ਹੁੰਦਾ। ਲੋਕਾਂ ਨੂੰ ਅਸਲ ਦੇ ਵਿੱਚ ਚੇਤਨਾ ਆ ਗਈ ਹੈ, ਚੇਟਕ ਲੱਗ ਗਈ ਹੈ ਕਿ ਭਾਈ ਇਹਨਾਂ ਨੂੰ ਸਵਾਲ ਪੁੱਛੇ ਜਾਣੇ ਚਾਹੀਦੇ ਨੇ, ਕਿਉਂਕਿ ਅਸੀਂ ਇਹਨਾਂ ਨੂੰ ਪਾਵਰਾਂ ਦਿੱਤੀਆਂ ਸੀ, ਅਸੀਂ ਇਹਨਾਂ ਨੂੰ ਮੰਤਰੀ ਬਣਾਇਆ, ਕਿਸੇ ਨੂੰ ਮੁੱਖ ਮੰਤਰੀ, ਕਿਸੇ ਨੂੰ ਪ੍ਰਧਾਨ ਮੰਤਰੀ, ਕਿਸੇ ਨੂੰ ਵਿਧਾਇਕ, ਕਿਸੇ ਨੂੰ ਸੰਸਦ। ਜੇ ਤੁਸੀਂ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇਣੇ ਫਿਰ ਜਵਾਬ ਕੌਣ ਦੇਊਗਾ? ਸੋ ਹੁਣ ਸਵਾਲਾਂ ਦੇ ਜਵਾਬ ਤਿਆਰ ਕਰਕੇ ਜਾਣੇ ਪੈਣਗੇ, ਲੋਕ ਪੁੱਛਣਗੇ ਔਰ ਪੁੱਛਣਾ ਸ਼ੁਰੂ ਕਰ ਦਿੱਤਾ ਹੈ। ਸੋ ਦੋਸਤੋ ਕੁੱਲ ਮਿਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਸੱਚਮੁੱਚ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।